ਵਾਹਿਗੁਰੂ 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 ਵਾਹਿਗੁਰੂ। ਵਡਹੰਸ ਮਹੱਲਾ ਪੰਜਵਾਂ। ਪ੍ਰਭ ਕਰਨ ਕਾਰਨ ਸਮਰੱਥਾ ਰਾਮ। ਰੱਖ ਜਗਤ ਸਗਲ ਦੇ ਹੱਥਾ ਰਾਮ। ਪ੍ਰਭ ਕਰਨ ਕਾਰਨ ਸਮਰੱਥਾ ਰਾਮ। ਰੱਖ ਜਗਤ ਸਗਲ ਦੇ ਹੱਥਾ ਰਾਮ। ਸਮਰੱਥ ਸਰਨਾ ਜੋਗ ਸੁਆਮੀ। ਕਿਰਪਾ ਨਿਧ ਸੁਖ ਦਾਤਾ। ਹਉ ਕੁਰਬਾਨੀ ਦਾਸ ਤੇਰੇ। ਜਿਨੀ ਏਕ ਪਛਾਤਾ। ਵਰਨ ਚਹਿਨ ਨ ਜਾਏ ਲਖਿਆ। ਕਥਨ ਤੇ ਅਕਥਾ। ਬਿਨਵੰਤ ਨਾਨਕ ਸੁਨੋ ਬਿਨਤੀ। ਪ੍ਰਭ ਕਰਨ ਕਾਰਨ ਸਮਰੱਥਾ। ਵਰਨ ਚਹਿਨ ਨ ਜਾਏ ਲਖਿਆ। ਕਥਨ ਤੇ ਅਕਥਾ। ਬਿਨਵੰਤ ਨਾਨਕ ਸੁਨੋ ਬਿਨਤੀ। ਪ੍ਰਭ ਕਰਨ ਕਾਰਨ ਸਮਰੱਥਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ ਦਸਾਂ ਪਾਤਸ਼ਾਹੀਆਂ ਦੀ ਜੋਤ। ਚਵਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਸੁਭਾਏਮਾਨ। ਨਾਮ ਸਰੂਪ ਸ਼ਬਦ ਸਰੂਪ ਸ਼ਬਦ ਬ੍ਰਹਮ ਕਲਯੁਗ ਕੇ ਬੋਹਿਤ। ਜੁਗੋ ਜੁਗ ਅਟਲ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਔਰ ਮੰਜੀ ਸਾਹਿਬ ਜੀ ਦੇ ਪਾਵਨ ਪਵਿੱਤਰ ਸਥਾਨ ਉੱਪਰ ਹਾਜ਼ਰੀਆਂ ਭਰਨ ਵਾਸਤੇ ਆਪ ਸਰਬੱਤ ਸੰਗਤ ਬੜੇ ਹੀ ਪ੍ਰੇਮ ਦੇ ਨਾਲ ਭਾਵਨਾ ਲੈ ਕੇ ਸ਼ਰਧਾ ਲੈ ਕੇ ਦੂਰੋਂ ਨੇੜੇ ਤੋਂ ਚੱਲ ਕੇ ਇਸ ਪਵਿੱਤਰ ਦਰ 'ਤੇ ਹਾਜ਼ਰੀਆਂ ਭਰਦੇ ਹੋ। ਆਪਣੇ ਆਪ ਨੂੰ ਵੱਡਿਆਂ ਭਾਗਾਂ ਵਾਲਾ ਬਣਾਉਂਦੇ ਹੋ। ਆਓ ਜੋ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਵਾਜ਼ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਵਾਹਿਗੁਰੂ ਪਰਮੇਸ਼ਰ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣ ਵਾਲੇ, ਹੁਕਮ ਦੇ ਵਿੱਚ ਰਾਜ਼ੀ ਰਹਿਣ ਵਾਲੇ, ਨਿਮਰਤਾ ਦੇ ਪੁੰਜ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਤਿਗੁਰੂ ਜੀ ਨੇ ਪਾਵਨ ਪਵਿੱਤਰ ਸ਼੍ਰੀ ਮੁਖਵਾਕ ਦੀ ਬਖਸ਼ਿਸ਼ ਕੀਤੀ ਹੈ। ਵਡਹੰਸ ਰਾਗ ਦੇ ਅੰਦਰ ਵਡਹੰਸ ਰਾਗ ਦੁਪਹਿਰ ਦੇ ਸਮੇਂ ਗਾਇਨ ਕੀਤਾ ਜਾਂਦਾ ਹੈ ਜਾਂ ਰਾਤ ਦੇ ਦੂਸਰੇ ਪਹਿਰ ਗਾਇਨ ਕੀਤਾ ਜਾਂਦਾ ਹੈ। ਫਰਕ ਸਿਰਫ ਇੰਨਾ ਹੈ ਕਿ ਸੰਸਕ੍ਰਿਤ ਸਾਹਿਤ ਵਿੱਚ ਇਹਨੂੰ ਰਾਗਣੀ ਮੰਨਿਆ ਗਿਆ ਹੈ, ਵਡਹੰਸਿਕਾ। ਗੁਰਮਤਿ ਦੇ ਅੰਦਰ ਇਹਨੂੰ ਰਾਗ ਮੰਨਿਆ ਗਿਆ ਹੈ।
ਐਸੇ ਪਵਿੱਤਰ ਰਾਗ ਅੰਦਰ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜਿਨ੍ਹਾਂ ਨੂੰ ਸੇਵਕ ਗੁਰਸਿੱਖਾਂ ਨੇ ਬੇਨਤੀ ਕੀਤੀ ਕਿ ਗਰੀਬ ਨਵਾਜ ਇਸ ਸੰਸਾਰ ਨੂੰ ਬਣਾਉਣ ਵਾਲਾ ਕੌਣ ਹੈ, ਸੰਸਾਰ ਦਾ ਕਾਰਨ ਕੌਣ ਹੈ। ਕਿਉਂਕਿ ਜਿਹੜੇ ਅੱਡ ਅੱਡ ਮਤ ਨੇ, ਫਿਲਾਸਫੀਆਂ ਨੇ, ਉਹਨਾਂ ਦੇ ਵਿੱਚ ਸੰਸਾਰ ਦੇ ਕਾਰਨ ਕਈ ਤਰ੍ਹਾਂ ਦੇ ਮੰਨੇ ਗਏ ਹਨ। ਜਿਵੇਂ ਵਿਦਾਂਤ ਦੇ ਵਿੱਚ ਅਗਿਆਨ ਨੂੰ ਕਾਰਨ ਮੰਨਿਆ ਗਿਆ ਹੈ, ਜਿਵੇਂ ਨੀਂਦ ਸੁਪਨੇ ਦਾ ਕਾਰਨ ਹੈ। ਨੀਂਦ ਵਿਕਾਰ ਹੈ, ਸੁਪਨੇ ਨੂੰ ਜਨਮ ਦਿੰਦੀ ਹੈ, ਤਾਂ ਸੁਪਨੇ ਦਾ ਸੰਸਾਰ ਬਣ ਜਾਂਦਾ ਹੈ। ਇਸੇ ਤਰ੍ਹਾਂ ਅਗਿਆਨਤਾ, ਮਾਇਆ ਦਾ ਪਰਦਾ ਇਹ ਕਾਰਨ ਹੈ। ਔਰ ਇਸ ਤੋਂ ਇਹ ਜਿਹੜਾ ਬਾਹਰਲਾ ਸੰਸਾਰ ਹੈ ਜਿਹਦੇ ਵਿੱਚ ਆਪਾਂ ਮੌਜੂਦਾ ਸਮੇਂ ਵਿੱਚ, ਵਰਤਮਾਨ ਸਮੇਂ ਵਿੱਚ ਵਿਚਰ ਰਹੇ ਹਾਂ, ਤਾਂ ਇਹ ਸੰਸਾਰ ਬਣ ਜਾਂਦਾ ਹੈ। ਇਸੇ ਤਰ੍ਹਾਂ ਪੂਰਵ ਮੀਮਾਂਸਾ ਵਾਲਿਆਂ ਨੇ ਕਰਮਾਂ ਨੂੰ ਕਾਰਨ ਮੰਨਿਆ ਹੈ ਕਿ ਕਰਮਾਂ ਤੋਂ ਸੰਸਾਰ ਦੀ ਉਤਪੱਤੀ ਹੁੰਦੀ ਹੈ। ਇਸੇ ਤਰ੍ਹਾਂ ਕਿਸੇ ਨੇ ਪ੍ਰਕਿਰਤੀ ਨੂੰ ਕਾਰਨ ਮੰਨਿਆ ਹੈ ਵੀ ਕੁਦਰਤ ਸੰਸਾਰ ਨੂੰ ਬਣਾਉਂਦੀ ਹੈ। ਇਹ ਸਾਰੀ ਮਤ ਠੀਕ ਨੇ, ਕੋਈ ਗਲਤ ਨਹੀਂ ਹੈ। ਪਰ ਜਿਵੇਂ ਕਲਾਸਾਂ ਹੁੰਦੀਆਂ ਨਾ, ਨਰਸਰੀ, LKG, UKG, ਫਸਟ, ਸੈਕਿੰਡ, ਥਰਡ, ਇਸੇ ਤਰ੍ਹਾਂ ਇਹ ਸਮਝਾਉਣ ਵਾਸਤੇ ਹੈ ਵੀ ਜਿਸ ਤਰ੍ਹਾਂ ਦੀ ਕਿਸੇ ਦੀ ਬੁੱਧੀ ਹੈ, ਮਤ ਹੈ, ਉਸ ਤਰ੍ਹਾਂ ਉਹਨੂੰ ਸਮਝਾ ਦਿੱਤਾ ਜਾਵੇ। ਜਿਹਦੀ ਸੂਖਸ਼ਮ ਬੁੱਧੀ ਹੈ ਉਹਨੂੰ ਪਤਾ ਹੈ ਕਿ ਜਿਵੇਂ ਸੀਮੈਂਟ ਵੀ ਹੋਵੇ, ਸਰੀਆ ਵੀ ਹੋਵੇ, ਰੇਤਾ ਵੀ ਹੋਵੇ, ਬਜਰੀ ਵੀ ਹੋਵੇ, ਪਰ ਆਪਣੇ ਆਪ ਥੋੜ੍ਹੀ ਮਕਾਨ ਬਣ ਜਾਂਦਾ, ਬਣਾਉਣ ਵਾਲਾ ਵੀ ਤਾਂ ਕੋਈ ਚਾਹੀਦਾ ਹੈ ਨਾ। ਤਾਂ ਇਸੇ ਤਰ੍ਹਾਂ ਪ੍ਰਕਿਰਤੀ, ਕੁਦਰਤ, ਮਹਾਰਾਜ ਕਹਿੰਦੇ ਵੀ ਆਪਣੇ ਆਪ ਨਹੀਂ ਸੰਸਾਰ ਬਣਾ ਸਕਦੀ, ਉਹਨੂੰ ਬਣਾਉਣ ਵਾਲਾ ਪਰਮੇਸ਼ਰ ਵੀ ਨਾਲ ਹੈ, ਜਿਹਨੂੰ ਆਪਾਂ ਕਾਦਰ ਕਹਿੰਦੇ ਹਾਂ। ਜਿਵੇਂ ਬਦਾਮ ਹੈ, ਉੱਪਰਲੀ ਛਿੱਲ ਨੂੰ, ਉਸ ਦੇ ਵਰਣ ਨੂੰ ਸੰਸਾਰ ਮੰਨਣਾ ਚਾਹੀਦਾ ਹੈ, ਦਿਖਣ ਵਾਲਾ। ਤੇ ਬਦਾਮ ਦੇ ਵਿੱਚ ਜਦੋਂ ਉਸ ਨੂੰ ਆਪਾਂ ਰਗੜਦੇ ਹਾਂ, ਜਿਹੜਾ ਤੇਲ ਨਿਕਲਦਾ ਹੈ ਉਹਨੂੰ ਕੁਦਰਤ ਮੰਨਣਾ ਚਾਹੀਦਾ ਹੈ। ਅਤੇ ਉਹਨੂੰ ਵਰਤ ਕੇ, ਖਾ ਕੇ ਜਿਹੜੀ ਤਾਕਤ ਪ੍ਰਾਪਤ ਹੁੰਦੀ ਹੈ ਉਹ ਤਾਂ ਦਿਖਣ ਦੇ ਵਿੱਚ ਆਉਂਦੀ ਨਹੀਂ। ਉਹਨੂੰ ਕਾਦਰ ਮੰਨਣਾ ਚਾਹੀਦਾ ਹੈ, ਪਰਮੇਸ਼ਰ ਮੰਨਣਾ ਚਾਹੀਦਾ ਹੈ। ਇਸ ਤਰ੍ਹਾਂ ਮਹਾਂਪੁਰਸ਼ਾਂ ਨੇ, ਸਤਿਪੁਰਸ਼ਾਂ ਨੇ, ਆਸਤਕ ਵਿਦਵਾਨਾਂ ਨੇ, ਬ੍ਰਹਮਨੇਸ਼ਟੀ, ਬ੍ਰਹਮ ਸਰੋਤਰੀ ਗੁਰਸਿੱਖਾਂ ਨੇ ਉਸ ਵਾਹਿਗੁਰੂ ਪਰਮੇਸ਼ਰ ਦੀ ਵਿਆਖਿਆ ਕਰਕੇ ਸਮਝਾਉਣ ਦਾ ਯਤਨ ਜਿਹੜਾ ਹੈ ਉਹ ਕੀਤਾ ਹੈ। ਤਾਂ ਗਰੀਬ ਨਵਾਜ ਕਹਿ ਰਹੇ ਹਨ ਕਿ ਹੇ ਭਾਈ ਗੁਰੂ ਕੇ ਸਿੱਖੋ, ਕੁਦਰਤ ਵੀ ਹੈ, ਮਾਇਆ ਵੀ ਹੈ, ਅਗਿਆਨ ਵੀ ਹੈ, ਪ੍ਰਕਿਰਤੀ ਹੈ, ਬੜੇ ਨਾਮ ਨੇ ਉਸ ਦੇ। ਇਹ ਸਾਰੇ ਕਾਰਨ ਨੇ ਸੰਸਾਰ ਦੇ, ਪਰ ਇਹਨਾਂ ਦੇ ਨਾਲ ਇੱਕ ਚੀਜ਼ ਕਈ ਵਾਰੀ ਅਸੀਂ ਭੁੱਲ ਜਾਂਦੇ ਹਾਂ, ਉਹ ਕੌਣ? ਪਰਮੇਸ਼ਰ, ਵਾਹਿਗੁਰੂ। ਤਾਂ ਵਾਹਿਗੁਰੂ ਪਰਮੇਸ਼ਰ ਹੀ ਇਹਨਾਂ ਕਾਰਨਾਂ ਨੂੰ ਬਣਾਉਣ ਵਾਲਾ ਹੈ ਤੇ ਇਹਨਾਂ ਕਾਰਨਾਂ ਤੋਂ ਅੱਗੇ ਸੰਸਾਰ ਨੂੰ ਵਾਹਿਗੁਰੂ ਪਰਮੇਸ਼ਰ ਹੀ ਰਚਣ ਵਾਲਾ ਹੈ। ਤਾਂ ਉਹ ਜਿਹੜਾ ਰਾਮ ਵਿਆਪਕ ਹੈ, ਵਾਹਿਗੁਰੂ ਪਰਮੇਸ਼ਰ, ਉਸ ਦੇ ਵਿੱਚ ਸਮਰੱਥਾ ਹੈ। ਉਹੀ ਪ੍ਰਭੂ ਪਰਮੇਸ਼ਰ ਸੰਸਾਰ ਦਾ ਕਰਤਾ ਹੈ, ਕਾਰਨਾਂ ਤੋਂ ਸੰਸਾਰ ਦੀ ਉਤਪੱਤੀ ਕਰਦਾ ਹੈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਪੰਜਵਾ।
ਪ੍ਰਭ ਕਰਨ ਕਾਰਨ ਸਮਰੱਥਾ ਰਾਮ। ਪ੍ਰਭੂ ਚਾਹੇ ਤਾਂ ਜੋ ਮਰਜ਼ੀ ਬਣਾ ਸਕਦਾ ਹੈ, ਕਰ ਸਕਦਾ ਹੈ। ਹਿੰਦੁਸਤਾਨ ਦੇ ਨਾ ਇੱਕ ਬੜੇ ਪ੍ਰਸਿੱਧ ਵਿਦਵਾਨ ਹੋਏ ਭਰਤਰੀ ਹਰੀ ਜੀ, ਉਹ ਕਹਿੰਦੇ ਨੇ ਵੀ ਜਿਹੜਾ ਪ੍ਰਕਿਰਤੀ ਵਾਲਾ ਸੁਭਾਅ ਕਿਸੇ ਤੋਂ ਬਦਲਦਾ ਨਹੀਂ, ਤੇ ਸੁਭਾਅ ਉੱਤੇ ਕਦੀ ਪ੍ਰਸ਼ਨ ਚਿੰਨ੍ਹ ਨਹੀਂ ਲੱਗਦਾ। ਹਾਂ, ਸੁਭਾਅ ਤੋਂ ਕੋਈ ਉਲਟ ਗੱਲ ਹੋਵੇ ਤੇ ਪ੍ਰਸ਼ਨ ਚਿੰਨ੍ਹ ਲਾਉਣਾ ਚਾਹੀਦਾ ਹੈ। ਮੰਨ ਲਓ ਚੰਦਨ ਦੇ ਵਿੱਚੋਂ ਦੁਰਗੰਧੀ ਆਉਂਦੀ ਹੈ ਤਾਂ ਤੁਸੀਂ ਸਵਾਲ ਕਰ ਸਕਦੇ ਹੋ, ਚੰਦਨ ਦੇ ਵਿੱਚ ਸੁਗੰਧੀ ਆਉਂਦੀ ਹੈ, ਕਿਉਂ ਆਉਂਦੀ ਹੈ? ਇੱਥੇ ਸਵਾਲ ਨਹੀਂ ਹੁੰਦਾ, ਕਿਉਂਕਿ ਚੰਦਨ ਦੇ ਵਿੱਚ ਹੈ ਹੀ ਸੁਗੰਧੀ ਹੈ। ਤਾਂ ਇਹ ਸਵਾਲ ਕਰਨਾ ਨਾ, ਜਿਹੜਾ ਸ਼ੰਕਾ ਕਰਨਾ, ਇਹ ਵੀ ਬਹੁਤੇ ਸਿੱਖਾਂ ਨੂੰ ਨਹੀਂ ਆਉਂਦਾ ਹੈ। ਜਿੱਥੇ ਸ਼ੰਕਾ ਕਰਨਾ ਚਾਹੀਦਾ ਉੱਥੇ ਕਰਦੇ ਨਹੀਂ ਆ। ਅੱਛਾ, ਜਿਸ ਗੁਰੂ ਸਾਹਿਬ ਤੇ ਨਹੀਂ ਕਰਨਾ ਚਾਹੀਦਾ ਉੱਥੇ ਝੜੀ ਲਾ ਕੇ ਬੈਠੇ। ਮੰਨ ਲਓ ਨਿੰਮ ਬੜੀ ਮਿੱਠੀ ਆ, ਇੱਥੇ ਸਵਾਲ ਹੋਵੇਗਾ, ਪ੍ਰਸ਼ਨ ਚਿੰਨ੍ਹ ਹੋਵੇਗਾ, ਕਿਉਂ? ਨਿੰਮ ਮਿੱਠੀ ਨਹੀਂ ਹੁੰਦੀ, ਨਿੰਮ ਕੌੜੀ ਹੁੰਦੀ ਹੈ। ਤੇ ਨਿੰਮ ਕੌੜੀ ਹੈ, ਕਿਉਂ ਕੌੜੀ ਹੈ? ਇੱਥੇ ਸਵਾਲ ਨਹੀਂ ਹੁੰਦਾ। ਨਾ ਤੂੰ ਕੌੜੀ ਕੀਤੀ ਹੈ, ਨਾ ਮੈਂ ਕੌੜੀ ਕੀਤੀ ਹੈ, ਪਰਮੇਸ਼ਰ ਨੇ ਕੀਤੀ ਹੈ, ਕੁਦਰਤ ਨੇ ਕੀਤੀ, ਕਿਹੜਾ ਮੇਰੇ ਕਹਿਣ ਤੇ ਹੋਈ। ਤਾਂ ਪ੍ਰਕਿਰਤੀ ਤੇ ਸੁਭਾਅ ਤੇ ਪ੍ਰਸ਼ਨ ਚਿੰਨ੍ਹ ਨਹੀਂ ਲੱਗਦਾ। ਸੁਭਾਅ ਤੋਂ ਵਿਪਰੀਤ ਗੱਲ ਹੋਵੇ ਤੇ ਪ੍ਰਸ਼ਨ ਚਿੰਨ੍ਹ ਲੱਗਦਾ ਹੈ। ਸੁਭਾਅ ਬਦਲਣਾ ਬਹੁਤ ਔਖਾ ਹੈ। 99% ਇਹ ਬਦਲਿਆ ਨਹੀਂ ਜਾ ਸਕਦਾ ਹੈ ਜੋ ਪ੍ਰਕਿਰਤੀ ਨੇ ਕਿਸੇ ਨੂੰ ਸੁਭਾਅ ਦਿੱਤਾ। ਤਾਂ ਭਰਤਰੀ ਹਰੀ ਜੀ ਕਹਿੰਦੇ ਨੇ ਕਿ ਵਿਧਾਤਾ ਜੀ ਇੱਕ ਵਾਰੀ ਨਾਰਾਜ਼ ਹੋ ਗਏ। ਉਹਨਾਂ ਨੇ ਕੀ ਕੀਤਾ? ਹੰਸ ਦਾ ਇੱਕ ਲੇਖ ਲਿਖ ਦਿੱਤਾ ਕਿ ਜਿਹੜਾ ਹੰਸ ਮਾਨ ਸਰੋਵਰ ਤੇ ਮੋਤੀ ਚੁਗਦਾ ਹੈ, ਜਿਹੜਾ ਹੰਸ ਬਾਗ ਬਗੀਚਿਆਂ ਦੀ ਸੈਰ ਕਰਦਾ ਹੈ, ਆਨੰਦ ਮਾਣਦਾ ਹੈ, ਉਹਦੇ ਆਨੰਦ ਨੂੰ ਵੇਖ ਕੇ ਵਿਧਾਤਾ ਨਾਰਾਜ਼ ਹੋ ਗਏ ਵੀ ਇੰਨਾ ਆਨੰਦ ਤੇ ਮੈਨੂੰ ਵੀ ਨਹੀਂ ਜਿੰਨਾ ਇਹਨੂੰ ਹੈ, ਇੰਨਾ ਮਾਣ ਮੈਨੂੰ ਵੀ ਨਹੀਂ ਜਿੰਨਾ ਇਹਨੂੰ ਹੈ। ਕਿਉਂਕਿ ਆਪ ਜੀ ਨੂੰ ਪਤਾ ਵਾ ਵੀ ਬ੍ਰਹਮ ਗਿਆਨੀ ਨੂੰ ਵੀ ਪਰਮਹੰਸ ਕਹਿ ਦਿੰਦੇ। ਉਹਨਾਂ ਨੇ ਨਾਰਾਜ਼ ਹੋ ਕੇ ਇੱਕ ਲੇਖ ਲਿਖ ਦਿੱਤਾ ਵੀ ਇਹਨੂੰ ਪਿੰਜਰੇ 'ਚ ਕੈਦ ਕੀਤਾ ਜਾ। ਤਾਂ ਉਹਨਾਂ ਨੇ ਤਾਂ ਲਿਖਣਾ ਹੀ ਸੀ ਤੇ ਇੱਧਰ ਕੰਮ ਕੋਈ ਨਾ ਕੋਈ ਬਹਾਨਾ ਬਣ ਗਿਆ, ਤਾਂ ਹੰਸ ਨੂੰ ਪਿੰਜਰੇ 'ਚ ਕੈਦ ਕਰ ਦਿੱਤਾ। ਤਾਂ ਭਰਤਰੀ ਹਰੀ ਜੀ ਕਹਿੰਦੇ ਨੇ ਵਿਧਾਤਾ ਨੇ ਹੰਸ ਦਾ ਜਿਹੜਾ ਸੁੱਖ ਸੀ ਉਹ ਖੋਹ ਲਿਆ, ਆਨੰਦ ਸੀ ਉਹ ਖੋਹ ਲਿਆ। ਔਰ ਇੱਕ ਚੀਜ਼ ਵਿਧਾਤਾ ਵੀ ਨਹੀਂ ਬਦਲ ਸਕਿਆ, ਉਹ ਕੀ? ਹੰਸ ਦਾ ਸੁਭਾਅ। ਜਦੋਂ 5 ਸਾਲਾਂ ਬਾਅਦ ਉਹਦੇ ਅੱਗੇ ਦੁੱਧ ਤੇ ਪਾਣੀ ਰਲਾ ਕੇ ਰੱਖਿਆ, ਉਹਨੇ ਫਿਰ ਉਸ ਦੁੱਧ ਤੇ ਪਾਣੀ ਨੂੰ ਸੈਪਰੇਟ ਕਰ ਦਿੱਤਾ। ਦੁੱਧ ਦੀਆਂ ਫੁੱਟੀਆਂ ਬਣਾ ਕੇ ਖਾ ਗਿਆ ਤੇ ਪਾਣੀ ਦਾ ਉਹਨੇ ਤਿਆਗ ਕੀਤਾ। ਇੰਨੇ ਦੁੱਖ ਤੋਂ ਵੀ ਬਾਅਦ ਤਾਂ ਉਹ ਲਿਖਦੇ ਨੇ ਵੀ ਕੁਪੀਤਾ ਵਿਧਾਤਾ ਹੰਸस्य ਅੰਬ ਭੋਜੀ ਵਨ ਵਿਹਾਰ ਵਿਲਾਸਮ ਨਿਤਰਾਮ ਏਵ ਹੰਤੀ। ਗੁੱਸੇ ਹੋਏ ਵਿਧਾਤਾ ਨੇ ਜਿਹੜਾ ਅੰਬ ਭੋਜਨੀ ਵਨ ਵਿਹਾਰ ਵਿਲਾਸ ਸੀ, ਤੋ ਅਸੋ ਅਸਿਆ ਜਲ ਦੁਗਧ ਭੇਦ ਪ੍ਰਸਿੱਧੋ। ਪਰ ਜਿਹੜਾ ਉਹਦਾ ਸੁਭਾਅ ਸੀ ਬੜਾ ਪ੍ਰਸਿੱਧ, ਜਲ ਦੁਗਧ ਭੇਦ, ਉਸ ਨੂੰ ਅਪਹਰਤੂ ਨਾ ਸਮਰੱਥਾ, ਉਹਨੂੰ ਉਹ ਦੂਰ ਕਰਨ ਦੀ ਸਮਰੱਥਾ ਉਹਦੇ 'ਚ ਹੈ ਨਹੀਂ। ਬੜੀ ਸੋਹਣੀ ਉਦਾਹਰਣ ਹੈ ਜੀ। ਪਰ ਜਦੋਂ ਅਸੀਂ ਗੁਰੂ ਸਾਹਿਬ ਦੇ ਦਰ 'ਤੇ ਆਉਂਦੇ ਹਾਂ ਨਾ,
ਇਹ ਦੁਨੀਆ ਦਾ ਨਿਯਮ ਇਹੀ ਹੈ ਵੀ ਸੁਭਾਅ ਨਹੀਂ ਬਦਲਦਾ, ਤੇ ਫਿਰ ਗੁਰੂ ਸਾਹਿਬ ਦੇ ਦਰ ਤੇ ਆਉਣ ਦਾ ਕੀ ਫਾਇਦਾ ਹੋਇਆ। ਇਸ ਦਾ ਮਤਲਬ ਇਹ ਹੈ ਕਿ ਗੁਰੂ ਸਾਹਿਬ ਦੀ ਜਿਹੜੀ ਪਦਵੀ ਆ ਨਾ, ਉਹ ਦੇਵੀ ਦੇਵਤਿਆਂ ਨਾਲੋਂ ਵੀ ਉੱਚੀ ਹੈ, ਉਹ ਸ਼ਕਤੀਆਂ ਨਾਲੋਂ ਵੀ ਉੱਚੀ ਹੈ, ਉਹ ਫਰਿਸ਼ਤਿਆਂ ਨਾਲੋਂ ਵੀ ਉੱਚੀ ਹੈ। ਜਿਹਨੂੰ ਦੁਨੀਆ ਤਾਕਤਾਂ ਮੰਨ ਕੇ ਪੂਜਦੀ ਹੈ ਉਹਨਾਂ ਤੋਂ ਵੀ ਉੱਚੀ ਹੈ। ਕਿਉਂ? ਕਿਉਂਕਿ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਵਾ ਕਿ ਜੇ ਗੁਰੂ ਤੇ ਪਰਮੇਸ਼ਰ ਆਪਣੀ ਮੌਜ ਦੇ ਵਿੱਚ ਆ ਜੇ ਤਾਂ ਫਿਰ ਉਹ ਬਾਜਾਂ ਨੂੰ ਅੰਨ ਖਾਣ ਲਾ ਦਿੰਦਾ ਹੈ। ਜਿੱਥੇ ਨਦੀਆਂ ਸੀ ਉੱਥੇ ਰੇਤਾ ਦੇ ਸੁੱਕੇ ਟਿੱਬੇ ਬਣਾ ਦਿੰਦਾ ਹੈ। ਜਿਹਦੀ ਔਕਾਤ ਇੱਕ ਕੀੜੇ ਜਿੰਨੀ ਸੀ, ਆਪਣੀ ਮੌਤ 'ਚ ਆਵੇ ਤੇ ਉਹਨੂੰ ਦੁਨੀਆ ਦਾ ਬਾਦਸ਼ਾਹ ਬਣਾ ਦਿੰਦਾ। ਮਹਾਰਾਜ ਜੀ ਲਿਖਦੇ ਨੇ, ਸਿੰਘਾਂ ਬਾਜਾਂ ਚਰਗਾਂ ਕੋਹੀਆਂ ਇਨ੍ਹਾਂ ਖਵਾਲੇ ਘਾਹ, ਘਾਓ ਖਾਣ ਤਿਨਾ ਮਾਸ ਖਵਾਲੇ ਇਹ ਚਲਾਏ ਰਾਹ। ਨਦੀਆਂ ਵਿੱਚ ਟਿੱਬੇ ਦਿਖਾਲੇ, ਥਲੀ ਕਰੇ ਅਸਗਾਹ, ਕੀੜਾ ਥਾਪ ਦੇ ਪਾਤਸ਼ਾਹੀ, ਲਸ਼ਕਰ ਕਰੇ ਸਵਾਹ। ਹੁਣ ਇੱਕ ਕੁਦਰਤ ਦਾ ਨਿਯਮ ਉਹ ਕੀ ਕਿ ਸਵਾਸਾਂ ਤੋਂ ਬਿਨਾਂ ਅਸੀਂ ਨਹੀਂ ਜਿਉਂਦੇ ਰਹਿ ਸਕਦੇ। ਤੇ ਗੱਲ ਵੀ ਠੀਕ ਹੈ, ਹਰ ਰੋਜ਼ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਮੌਤ ਹੁੰਦੀ ਹੋਵੇਗੀ, ਤਾਂ ਮੌਤ ਦੀ ਪਰਖ ਤੇ ਨਾੜੀ ਪ੍ਰੀਖਿਆ ਹੀ ਆ ਨਾ। ਨਬਜ ਬੰਦ ਤੇ ਇਹ ਸਰੀਰ ਮੁਰਦਾ ਘੋਸ਼ਿਤ ਹੋ ਗਿਆ। ਪਰ ਸੁਖਮਣੀ ਸਾਹਿਬ ਦੇ ਵਿੱਚ ਮਹਾਰਾਜ ਇੱਕ ਗੱਲ ਕਮਾਲ ਦੀ ਲਿਖਦੇ, ਪੰਜਵੇਂ ਪਾਤਸ਼ਾਹ, ਜੇ ਉਹਨੂੰ ਭਾ ਜਾਵੇ, ਉਹਦੀ ਮਰਜ਼ੀ ਹੋਵੇ, ਤਾਂ ਮਹਾਰਾਜ ਲਿਖਦੇ ਨੇ, ਪ੍ਰਭ ਭਾਵੈ ਬਿਨ ਸਾਸ ਤੇ ਰਾਖੇ। ਇਹ ਦੇਖੋ ਹੁਣ ਨਿਯਮ ਉਲਟੀ ਗਿਆ ਨਾ। ਫਿਰ ਇਹੀ ਕੰਮ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਕੱਲ ਵਿਸਾਖੀ ਵਾਲੇ ਦਿਨ ਕੀਤਾ। 700 ਸਾਲ ਇਹ ਲੋਕ ਮੁਗਲਾਂ ਦੇ ਗੁਲਾਮ ਰਹੇ, ਤਕਰੀਬਨ ਅੰਦਾਜ਼ਾ 100 ਸਾਲ ਇਹ ਦੇਸ਼ ਅੰਗਰੇਜ਼ਾਂ ਦਾ ਗੁਲਾਮ ਰਿਹਾ। ਚਲੋ ਅੰਦਾਜ਼ਾ ਹੈ ਕਿ 700 ਸਾਲ ਇਹ ਬਾਹਰਲੀ ਕੌਮ ਦੇ ਗੁਲਾਮ ਰਹੇ, ਪਰ ਦੁਨੀਆ 'ਚ ਕੋਈ ਇੱਦਾਂ ਦਾ ਮਹਾਂਪੁਰਸ਼ ਨਹੀਂ ਆਇਆ ਜਿਹੜਾ ਇਹਨਾਂ ਦਾ ਸੁਭਾਅ ਬਦਲ ਸਕੇ। ਇਹਨਾਂ ਦੀਆਂ ਹੱਡੀਆਂ ਦੇ ਵਿੱਚ ਗੁਲਾਮ ਰਹਿਣ ਵੜ ਚੁੱਕਾ ਸੀ, ਇਹਨਾਂ ਦੇ ਦਿਲਾਂ 'ਚ ਗੁਲਾਮੀ ਵਸ ਚੁੱਕੀ ਹੈ। ਪਰ ਭਾਈ ਗੁਰਦਾਸ ਜਿਹੜੇ ਦੂਸਰੇ ਨੇ, ਭਾਈ ਗੁਰਦਾਸ ਸਿੰਘ ਜੀ, ਜਿਨ੍ਹਾਂ ਨੂੰ ਆਪਾਂ ਪ੍ਰੇਮ ਨਾਲ ਕਹਿੰਦੇ ਹਾਂ, ਉਹ ਕਹਿੰਦੇ ਨੇ ਕਿ ਦੁਨੀਆ 'ਚ ਇੱਕ ਹੀ ਮਰਦ ਆਇਆ ਜਿਨ੍ਹੇ 700 ਸਾਲ ਬਾਅਦ ਇਸ ਦੇਸ਼ ਦਾ ਸੁਭਾਅ ਬਦਲਤਾ। ਜਿਨ ਕੀ ਕੁਲ, ਜਿਨ ਕੀ ਜਾਤ ਗੋਤ ਕੁਲ ਮਾਹੀ, ਸਰਦਾਰੀ ਭਈ ਸਰਦਾਰੀ ਨਾ ਭਈ ਕਦਾਹੀ, ਤਿਨਹੀ ਕੋ ਸਰਦਾਰ ਬਣਾਉ ਤਬੈ ਗੋਬਿੰਦ ਸਿੰਘ ਨਾਮ ਕਹਾ। ਹੁਣ ਦੇਖੋ ਸੁਭਾਅ ਹੈ ਨਾ। ਹੁਣ ਕਿੱਥੇ ਵਿਚਾਰੀ ਇੱਕ ਮੁੱਠ ਖੰਭਾਂ ਦੀ ਚਿੜੀ ਤੇ ਕਿੱਥੇ ਬੱਦਲਾਂ ਮੀਂਹ ਤੋਂ ਵੀ ਉੱਪਰ ਉੱਡਣ ਵਾਲੇ ਬਾਜ਼। ਉਹ ਚਿੜੀਆਂ ਬਾਜ਼ ਨੂੰ ਤੋੜਨ, ਬਾਜ਼ ਨੂੰ ਪੈ ਨਿਕਲ, ਤੇ ਬਦਲਿਆ ਕਿ ਨਹੀਂ? ਫਿਰ ਮੰਨਦੇ ਆਪਣੇ ਗੁਰੂ ਦੀ ਸਮਰੱਥਾ ਨੂੰ ਕਿ ਨਹੀਂ? ਜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਵਾ ਤੇ ਅੱਤ ਕਥਨੀ ਨਹੀਂ ਹੈ, ਅਗਲਿਆਂ ਕਰਕੇ ਵੀ ਵਿਖਾਇਆ। ਹੁਣ ਸ਼ੇਰਾਂ ਦੇ ਨਾਲ ਗਿੱਦੜ ਲੜ ਜਾਣ, ਇਹ ਕਦੀ ਹੋਇਆ ਹੀ ਨਹੀਂ ਹੈ।
ਆ ਡਿਸਕਵਰੀ ਹੈ, ਚੈਨਲ ਭਰੇ ਪਏ ਨੇ, ਬੜਾ ਔਖਾ ਹੈ, ਮੁਸ਼ਕਲ ਹੈ, ਇਹੋ ਜਿਹੀ ਉਦਾਹਰਨ ਨਹੀਂ ਲੱਭੇਗੀ। ਧੰਨ ਗੁਰੂ ਗੋਬਿੰਦ ਸਿੰਘ ਦੁਨੀਆ ਦੇ ਨਕਸ਼ੇ ਤੇ ਇੱਕ ਇਹੋ ਜਿਹੇ ਮਰਦ, ਭਾਈ ਗੁਰਦਾਸ ਜੀ ਕਹਿੰਦੇ ਮਰਦ ਹੀ ਇੱਕ ਸੰਸਾਰ ਦੇ ਵਿੱਚ ਆਇਆ ਹੈ ਜਿਨ੍ਹਾਂ ਫੜ ਕੇ ਇਸ ਦੇਸ਼ ਦਾ ਸੁਭਾਅ ਬਦਲ ਦਿੱਤਾ ਹੈ, ਇਹਨਾਂ ਲੋਕਾਂ ਦਾ ਸੁਭਾਅ ਬਦਲ ਦਿੱਤਾ ਹੈ। ਵਹਿ ਪ੍ਰਗਟਿਓ ਮਰਦ ਅਗੰਬੜਾ, ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। ਤਾਂ ਗਰੀਬ ਨਵਾਜ ਦੀ ਹਸਤੀ ਦੂਸਰੇ ਮਹਾਂਪੁਰਸ਼ ਸਤਿਕਾਰਯੋਗ ਨੇ, ਪਰ ਉਹਨਾਂ ਤੋਂ ਵੱਖਰੀ ਹੈ, ਉੱਚੀ ਹੈ, ਨਵੇਕਲੀ ਹੈ। ਬੜੇ ਬੜੇ ਮਹਾਤਮਾ ਆਏ, ਆਚਾਰੀਆ ਆਏ, ਪਰ ਕੋਈ ਵੀ ਸੁਭਾਅ ਨਹੀਂ ਬਦਲ ਸਕਿਆ। ਇੱਕੋ ਇੱਕ ਧੰਨ ਗੁਰੂ ਗੋਬਿੰਦ ਸਿੰਘ ਐਸੇ ਆਏ, ਉਹਨਾਂ ਐਸੀ ਸਪਿਰਿਟ ਭਰੀ ਕਿ ਜਿਹੜੀ ਵਿਦੇਸ਼ੀ ਕੌਮ ਇੱਥੇ ਰਾਜ ਕਰਦੀ ਸੀ, ਉਹਦੀਆਂ ਜੜ੍ਹਾਂ ਪੁੱਟ ਕੇ ਸੁੱਟ ਦਿੱਤੀਆਂ ਗਈਆਂ। ਤਾਂ ਮਹਾਰਾਜ ਕਹਿੰਦੇ ਨੇ ਕਿ ਉਹ ਪ੍ਰਭੂ ਦਾ ਸਰੂਪ ਜਿਹੜੇ ਸਾਡੇ ਸਤਿਗੁਰੂ ਨੇ, ਉਹ ਕਰਨ ਕਾਰਨ ਸਮਰੱਥ ਨੇ। ਉਹ ਜੋ ਚਾਹੁਣ, ਰਾਮ ਹੇ ਭਾਈ ਹੇ ਪਿਆਰੇ, ਉਹ ਕਰ ਸਕਦੇ ਹਨ। ਰੱਖ ਜਗਤ ਸਗਲ ਦੇ ਹੱਥਾ ਰਾਮ। ਇਸ ਕਰਕੇ ਹੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ, ਆਪ ਕਿਰਪਾ ਕਰਕੇ ਸਾਰੇ ਜਗਤ ਦੀ ਵਿਸ਼ੇਸ਼ ਕਿਰਪਾ ਕਰਕੇ, ਬਖਸ਼ਿਸ਼ ਕਰਕੇ ਹੱਥ ਦੇ ਕੇ ਰੱਖਿਆ ਕਰੋ। ਆਪਾਂ ਬੜੇ ਪ੍ਰੇਮ ਦੇ ਨਾਲ ਪੜ੍ਹਦੇ, ਹਮਰੀ ਕਰੋ ਹਾਥ ਦੇ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ। ਸਮਰੱਥ ਸਰਨਾ ਜੋਗ ਸੁਆਮੀ, ਕਿਰਪਾ ਨਿਧ ਸੁਖ ਦਾਤਾ। ਉਹ ਪ੍ਰਭੂ ਪਰਮੇਸ਼ਰ ਕਿਸ ਤਰ੍ਹਾਂ ਦਾ ਹੈ? ਸਮਰੱਥ ਸਰਨ ਯੋਗ, ਸਮਰੱਥਾ ਬੜੀ ਹੈ, ਤਾਕਤ ਬੜੀ ਹੈ, ਜੋ ਚਾਹੇ ਕਰ ਸਕਦਾ ਹੈ। ਫਿਰ ਸਰਨ ਯੋਗ ਹੈ, ਜਿਹੜਾ ਵੀ ਉਹਦੇ ਦਰ ਤੇ ਆਇਆ ਉਹਦੀ ਇੱਜ਼ਤ ਰੱਖਦਾ ਹੈ, ਪੱਤ ਰੱਖਦਾ ਹੈ, ਨਿਰਾਸ਼ ਨਹੀਂ ਕਰਦਾ। ਸੁਆਮੀ ਮਾਲਕ ਹੈ, ਸੁੱਖਾਂ ਦਾ ਦਾਤਾ ਹੈ, ਤੇ ਕਿਰਪਾ ਦੇ ਨਾਲ, ਦਇਆ ਦੇ ਨਾਲ, ਤਰਸ ਦੇ ਨਾਲ ਭਰਿਆ ਪਿਆ ਹੈ। ਕਿਰਪਾ ਦੀ ਨਿਧੀ ਹੈ, ਐਸਾ ਉਹ ਵਾਹਿਗੁਰੂ ਪਰਮੇਸ਼ਰ ਹੈ। ਹਾਂ ਕੁਰਬਾਨੀ ਦਾਸ ਤੇਰੇ, ਜਿਨੀ ਏਕ ਪਛਾਤਾ। ਸੱਚੇ ਪਾਤਸ਼ਾਹ ਕਹਿੰਦੇ ਮੈਂ ਬਲਹਾਰ ਜਾਵਾਂ ਉਹਨਾਂ ਤੇਰੇ ਸੇਵਕਾਂ ਤੋਂ, ਗੁਰਸਿੱਖਾਂ ਤੋਂ, ਮਹਾਂਪੁਰਸ਼ਾਂ ਤੋਂ, ਜਿਨ੍ਹਾਂ ਨੇ ਇੱਕ ਅਦਵੈਤ ਸਰੂਪ ਕਰਕੇ ਪਛਾਣਿਆ। ਇੱਕ ਹੀ ਹੈ, ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ। ਜਾਂ ਜਿਹੜੇ ਇੱਕ ਵਾਹਿਗੁਰੂ ਨਾਲ ਜੁੜ ਗਏ ਨੇ, ਇੱਕ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਧਿਆਉਂਦੇ, ਮੰਨਦੇ, ਪੂਜਦੇ, ਐਸੇ ਦਾਸਾਂ ਤੋਂ ਮਹਾਰਾਜ ਕਹਿੰਦੇ ਮੈਂ ਕੁਰਬਾਨ ਜਾਂਦਾ ਹਾਂ। ਵਰਨ ਚਿਹਨ ਨਾ ਜਾਏ ਲਖਿਆ, ਕਥਨ ਤੇ ਅਕਥਾ। ਧਾਰਮਿਕ ਗ੍ਰੰਥਾਂ ਦੇ ਵਿੱਚ ਇੱਕ ਬੜੀ ਸੁੰਦਰ ਗੱਲ ਲਿਖੀ ਹੈ ਵੀ ਉਹ ਵਾਹਿਗੁਰੂ ਪਰਮੇਸ਼ਰ ਵਰਨਾਂ ਤੋਂ ਰਹਿਤ ਹੈ, ਚਿਹਨਾਂ ਤੋਂ ਰਹਿਤ ਹੈ, ਲਖਣ ਤੋਂ ਰਹਿਤ ਹੈ, ਤੇ ਕਥਨ ਤੋਂ ਵੀ ਅਕਥ ਹੈ। ਜਿਵੇਂ ਆਪਾਂ ਸ੍ਰੀ ਜਾਪ ਸਾਹਿਬ 'ਚ ਪੜ੍ਹਦੇ ਹਾਂ ਵੀ ਚੱਕਰ ਚਿਹਨ ਅਰ ਵਰਣ ਜਾਤ ਅਰ ਪਾਤ ਨਹਿਨ ਜੇ, ਰੂਪ ਰੰਗ ਅਰ ਅਚਲ ਮੂਰਤ ਅਨਭਉ ਪ੍ਰਕਾਸ਼। ਇਹ ਜਿਹੜਾ ਅਨਭਉ ਪ੍ਰਕਾਸ਼ ਹੈ, ਇਹ ਸ਼ਬਦ ਬੜਾ ਹੀ ਤਵੱਜੋ ਦੇਣ ਵਾਲਾ। ਇਹਦਾ ਮਤਲਬ ਇਹ ਹੈ ਕਿ ਕੋਈ ਉਹਦਾ ਪ੍ਰੂਫ ਨਹੀਂ ਤੁਸੀਂ ਦਿਖਾ ਸਕਦੇ ਵੀ ਜੇ ਤੁਸੀਂ ਦੁਨੀਆ ਨੂੰ, ਜੇ ਕੋਈ ਪਖੰਡੀ ਬੰਦਾ ਲੁੱਟਣਾ ਚਾਹੇ ਨਾ ਵੀ ਮੈਨੂੰ ਰੱਬ ਮਿਲਿਆ ਤੇ ਮੈਂ
ਤੁਹਾਨੂੰ ਉਹਦਾ ਕੋਈ ਪ੍ਰੂਫ ਦਿਖਾਵਾਂ। ਕਈ ਕਹਿੰਦੇ ਨਾ ਉਹ ਜੋਤ ਦਿਖਾ ਦਿੰਦਾ ਵਾ, ਚਾਨਣ ਦਿਖਾਉਂਦਾ ਵਾ ਅੱਖਾਂ ਬੰਦ ਕਰਕੇ। ਮਹਾਰਾਜ ਕਹਿੰਦੇ ਨਹੀਂ, ਉਹਦਾ ਸਿਰਫ ਗਿਆਨ ਅਨੁਭਵੀ ਹੈ। ਸਵਾਨੁਭੂਤੀ ਏਕ ਮਾਨ ਆਏ ਨਮః ਤੇਜਸਿਆ ਸ਼ਾਂਤ ਸੇ। ਉਹਦਾ ਸਬੂਤ ਇੱਕ ਸਵਾਨੁਭੂਤੀ ਆ ਬਸ। ਭਾਵ ਜਿਹਨੂੰ ਮਿਲਿਆ ਉਹ ਹੀ ਜਾਣਦਾ, ਹੋਰ ਕੋਈ ਉਹਦਾ ਪ੍ਰੂਫ ਨਹੀਂ ਕੋਈ ਦੇ ਸਕਦਾ। ਤਾਂ ਮਹਾਰਾਜ ਕਹਿੰਦੇ ਉਹਦਾ ਵਰਨ ਕੋਈ ਨਹੀਂ ਕਿ ਉਹ ਖੱਤਰੀ ਹੈ, ਬ੍ਰਾਹਮਣ ਹੈ, ਸ਼ੂਦਰ ਹੈ, ਵੈਸ਼। ਉਹਦਾ ਚਿੰਨ੍ਹ ਕੋਈ ਨਹੀਂ। ਚਿੰਨ੍ਹ ਹੁੰਦੇ ਨਾ, ਕਿਸੇ ਨੇ ਤੁਲਸੀ ਦੀ ਮਾਲਾ ਪਾਈ ਹੈ, ਕਿਸੇ ਨੇ ਰੁਦਰਾਕਸ਼, ਕਈ ਮਹਾਤਮਾ ਧਾਰਨ ਕਰਦੇ ਨੇ, ਕਿਸੇ ਨੇ ਕੋਈ ਚਿੰਨ੍ਹ ਕਲਪਿਆ ਤੇ ਕਿਸੇ ਨੇ ਕੋਈ। ਪਰ ਅਦਵੈਤ ਸਰੂਪ ਬ੍ਰਹਮ ਦਾ ਨਾ ਕੋਈ ਵਰਨ ਨਹੀਂ ਹੈ ਤੇ ਨਾ ਕੋਈ ਚਿੰਨ੍ਹ ਹੀ ਹੈ। ਇਸੇ ਤਰ੍ਹਾਂ ਵਰਨ ਦਾ ਅਰਥ ਹੁੰਦਾ ਹੈ ਰੰਗ, ਕਿ ਉਹ ਕਾਲਾ ਹੈ, ਗੋਰਾ ਹੈ, ਇੱਦਾਂ ਦਾ ਵੀ ਕੁਝ ਨਹੀਂ ਹੈ। ਤੇ ਚਿੰਨ੍ਹ ਜਿਹੜੇ ਨੇ, ਲਕਸ਼ਣ ਜਿਹੜੇ ਨੇ, ਜਾਂ ਕਲਪੇ ਹੋਏ ਨਿਸ਼ਾਨ ਜਿਹੜੇ ਨੇ, ਇਹ ਵੀ ਨਹੀਂ ਕੋਈ ਉਹਦੇ ਇਸ ਤਰ੍ਹਾਂ ਨਹੀਂ ਕੋਈ ਉਹਨੂੰ ਜਾਣ ਸਕਦਾ, ਲੱਗ ਸਕਦਾ। ਤੇ ਕਥਨ ਤੋਂ ਵੀ ਉਹ ਪਰਮੇਸ਼ਰ ਅਕਥ ਹੈ। ਐਸਾ ਉਹ ਵਾਹਿਗੁਰੂ ਪਰਮੇਸ਼ਰ ਹੈ। ਬਿਨਵੰਤ ਨਾਨਕ ਸੁਨੋ ਬੇਨਤੀ, ਪ੍ਰਭ ਕਰਨ ਕਾਰਨ ਸਮਰੱਥਾ। ਤਾਂ ਸੱਚੇ ਪਾਤਸ਼ਾਹ ਬੇਨਤੀ ਕਰਨੀ ਸਿਖਾਉਂਦੇ ਨੇ ਕਿ ਉਸ ਵਾਹਿਗੁਰੂ ਅੱਗੇ ਬੇਨਤੀ ਕਰੋ ਕਿ ਹੇ ਪ੍ਰਭੂ ਤੁਸੀਂ ਸਾਡੀ ਬੇਨਤੀ ਸੁਣੋ, ਕਿਰਪਾ ਕਰੋ। ਆਪ ਜੋ ਚਾਹੋ ਕਰਨ ਕਾਰਨ 'ਚ ਸਮਰੱਥ ਹੋ, ਕਰ ਸਕਦੇ ਹੋ। ਇਸ ਕਰਕੇ ਸਾਡੇ ਉੱਪਰ ਆਪਣੀ ਕਿਰਪਾ ਕਰੋ, ਬਖਸ਼ਿਸ਼ ਕਰੋ। ਇਹ ਜੀ ਤੇਰੇ ਤੂੰ ਕਰਤਾ ਰਾਮ। ਇਹ ਸਾਰੇ ਜੀਵ ਆਪ ਜੀ ਦੇ ਹੀ ਬਣਾਏ ਹੋਏ ਨੇ, ਸਿਰਜੇ ਹੋਏ ਨੇ, ਪੈਦਾ ਕੀਤੇ ਹੋਏ ਨੇ, ਤੇ ਆਪ ਹੀ ਇੱਕ ਕਰਤਾ ਹੋ। ਮਹਾਰਾਜ 10ਵੇਂ ਪਾਤਸ਼ਾਹ ਕਹਿੰਦੇ ਬਿਨ ਕਰਤਾਰ ਨਾ ਕਿਰਤਮ ਮੰਨੋ। ਤੁਸੀਂ ਬਣਾਉਣ ਵਾਲੇ ਨੂੰ ਛੱਡ ਕੇ ਬਣੀ ਹੋਈ ਚੀਜ਼ ਨੂੰ ਹੀ ਮੰਨੀ ਜਾਂਦੇ ਹੋ, ਸੰਸਾਰ ਨੂੰ ਹੀ ਮੰਨੀ ਜਾਂਦੇ ਹੋ। ਜਿਹੜਾ ਸੰਸਾਰ ਨੂੰ ਬਣਾਉਣ ਵਾਲਾ ਹੈ ਉਹਨੂੰ ਛੱਡੀ ਬੈਠੇ ਹੋ। ਆਦ ਅਜੋਨ ਜੈ ਅਬਨਾਸੀ ਅਬੈ ਅਬਨਾਸੀ ਤੇ ਪਰਮੇਸ਼ਰ ਜਨ। ਜਿਹਦਾ ਆਦ ਨਹੀਂ ਕੋਈ ਜਾ ਸਕਦਾ, ਜਿਹੜਾ ਅਜਨਮਾ ਹੈ, ਉਹਨੂੰ ਪਰਮੇਸ਼ਰ ਕਰਕੇ ਮੰਨ। ਆ ਦੁਨੀਆ ਨੂੰ ਹੀ ਰੱਬ ਕਰਕੇ ਤੂੰ ਮੰਨ ਕੇ ਬਹਿ ਗਿਆ ਵੀ ਜੋ ਬਸ ਸੰਸਾਰ ਹੈ ਇਹੀ ਸਭ ਕੁਝ ਹੈ। ਇਹ ਤਾਂ ਰਚਨਾ ਵਾ, ਤੇ ਜਿਹੜੀ ਕ੍ਰਿਤ ਹੁੰਦੀ ਨਾ ਉਹ ਅਬਨਾਸੀ ਨਹੀਂ ਹੁੰਦੀ। ਮੰਨ ਲਓ ਘੜਾ ਬਣਿਆ ਤੇ ਅਬਨਾਸੀ ਥੋੜੀ ਆ, ਉਹਨੇ ਢਹਿਣਾ ਇੱਕ ਦਿਨ। ਤਾਂ ਕ੍ਰਿਤ ਕਦੀ ਵੀ ਅਬਨਾਸੀ ਨਹੀਂ ਹੁੰਦੀ। ਅਬਨਾਸੀ ਕੌਣ ਹੈ, ਅਜੂਨੀ ਕੌਣ ਹੈ, ਅਜਨਮਾ ਕੌਣ ਹੈ, ਆਦ ਕੌਣ ਹੈ? ਤਾਂ ਵਾਹਿਗੁਰੂ ਪਰਮੇਸ਼ਰ। ਉਹਨੂੰ ਮੰਨ ਜਿਹਨੇ ਇਸ ਸੰਸਾਰ ਨੂੰ ਬਣਾਇਆ। ਤਾਂ ਹੇ ਸੱਚੇ ਪਾਤਸ਼ਾਹ ਗਰੀਬ ਨਵਾਜ, ਹੇ ਰਾਮ ਵਿਆਪਕ ਪਰਮੇਸ਼ਰ ਵਾਹਿਗੁਰੂ ਜੀ, ਆਪ ਕਰਤਾ ਹੋ। ਇਹ ਸਾਰੇ ਹੀ ਜੀਵ ਆਪ ਜੀ ਦੇ ਹਨ। ਪ੍ਰਭ ਦੁਖ ਦਰਦ ਪ੍ਰਮ ਹਰਤਾ ਰਾਮ। ਉਹ ਪ੍ਰਭੂ ਪਰਮੇਸ਼ਰ ਦੁੱਖਾਂ ਨੂੰ, ਦਰਦਾਂ ਨੂੰ ਤੇ ਭਰਮ ਨੂੰ ਕੱਟਣ ਵਾਲਾ ਹੈ। ਰਾਮ ਹੇ ਭਾਈ, ਦੁੱਖ ਕੀ ਹੈ? ਜੰਮਣ ਮਰਨ ਦਾ। ਦਰਦ ਕੀ ਹੈ? ਵਿਕਾਰਾਂ ਦਾ। ਤਪਦਾ ਰਹਿੰਦਾ ਹੈ, ਸੜਦਾ ਰਹਿੰਦਾ ਹੈ। ਸੱਪ ਦੀ ਨਿਆਈ ਬਾਹਰੋਂ ਦੇਖਣ ਨੂੰ ਇਦਾਂ ਜਾਪਦਾ ਕਿੰਨੀ ਲੰਮੀ ਉਮਰ ਆ, ਪਰ ਇੰਨਾ ਨਹੀਂ ਪਤਾ ਵੀ ਆਪਣੇ ਜ਼ਹਿਰ ਨਾਲ ਹੀ ਅੰਦਰੋਂ ਸੜਦਾ ਪਿਆ। ਕਈ ਕਹਿ ਹੀ ਦਿੰਦੇ ਨਾ ਵੀ ਔਰੰਗਜ਼ੇਬ ਬੜੀ ਲੰਮੀ ਉਮਰ ਭੋਗ ਕੇ ਮਰਿਆ। ਤਾਂ ਮਹਾਰਾਜ ਨੇ ਜਵਾਬ ਤਾਂ ਹਰ ਚੀਜ਼ ਦਾ ਹੀ ਗੁਰਬਾਣੀ 'ਚ ਦਿੱਤਾ ਹੈ। ਮਹਾਰਾਜ ਕਹਿੰਦੇ ਕਰਮਾਂ ਨੂੰ ਦੇਖਦਾ ਹੋਇਆ ਮਰਦਾ ਹੈ।
ਤੁਸੀਂ ਦੇਖੋਗੇ ਵੀ ਜਿਹੜਾ ਵੀ ਪਾਪੀ ਬੰਦਾ ਹੈ ਉਹਦੀ ਉਮਰ ਬੜੀ ਲੰਮੀ ਹੁੰਦੀ। ਅੱਛਾ, ਧਰਮੀਆਂ ਦੀ ਬੜੀ ਘੱਟ ਹੁੰਦੀ। ਧੰਨ ਗੁਰੂ ਹਰਗੋਬਿੰਦ ਸਾਹਿਬ ਕੋਈ 37 ਕੇ 38 ਸਾਲ ਗੱਦੀ ਤੇ ਬਿਰਾਜਮਾਨ ਰਹੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤਕਰੀਬਨ 90%। ਤਾਂ ਜਿਵੇਂ ਸੱਪ ਜਿਹੜਾ ਹੈ ਉਹ ਆਪਣੇ ਜ਼ਹਿਰ ਨਾਲ ਸੜਦਾ, ਪਰ ਬਾਹਰੋਂ ਦੇਖਣ ਨੂੰ ਲੱਗਦਾ ਵੀ ਦੇਖੋ ਵੀ ਕਿੰਨੀ ਲੰਮੀ ਉਮਰ ਇਸ ਦੀ, ਪਰ ਵਿਚਲੀ ਗੱਲ ਕੋਈ ਵੀ ਨਹੀਂ ਜਾਣਦਾ। ਤਾਂ ਸਾਨੂੰ ਵੀ ਦੇਖਣ ਨੂੰ ਲੱਗਦਾ ਵੀ ਫਲਾਣੇ ਬੰਦੇ ਨੇ ਮਾੜੇ ਕੰਮ ਕੀਤੇ, ਪਰਮੇਸ਼ਰ ਨੇ ਉਹਨੂੰ ਸਜ਼ਾ ਨਹੀਂ ਦਿੱਤੀ, ਤੇ ਕੀ ਪਤਾ ਉਹ ਕਿੰਨਾ ਕੁ ਦੁਖੀ ਹੋਵੇ। ਜਿਵੇਂ ਲਾਹੌਰ ਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਇੱਕ ਸੇਠ ਵੇਖਿਆ ਸੀ ਤੇ ਸ਼ਬਦ ਉਚਾਰਿਆ ਸੀ ਮਹਾਰਾਜ ਨੇ, ਨਾਨਕ ਦੁਖੀਆ ਸਭ ਸੰਸਾਰ, ਪਰ ਦੇਖਣ ਨੂੰ ਉਹ ਕਰੋੜਾਂਪਤੀ ਹੈ। ਦੁਨਿਆਵੀ ਸੁੱਖ ਦੀ ਕਮੀ ਕੋਈ ਨਹੀਂ ਉਹਦੇ ਪਾਸ, ਤੇ ਦੁਖੀ ਉਹ ਸਭ ਤੋਂ ਵੱਧ। ਤਾਂ ਦਿਖਣ ਦੇ ਵਿੱਚ ਨਹੀਂ ਹਾਲਾਤ ਆ ਰਹੇ। ਤਾਂ ਇਹ ਜਿਹੜਾ ਵਿਕਾਰਾਂ ਦਾ ਦੁੱਖ ਹੈ ਜਾਂ ਵਿਦਿਆ ਦਾ ਦੁੱਖ ਹੈ, ਤੇ ਭਰਮ ਕਹਿੰਦੇ ਨੇ ਬਾਣੀ ਵਿਆਖਿਆ ਕਰਦੀ, ਮਾਧਵੇ ਕਿਆ ਕਹੀਏ ਭਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ। ਭਰਮ ਕੀ ਹੈ? ਭੁਲੇਖਾ ਜਿਹੜਾ ਸਫ਼ਰ ਰੋਕ ਦਿੰਦਾ ਬੰਦੇ ਦਾ। ਮੰਨ ਲਓ ਰੱਸੀ ਪਈ ਸੀ ਪਰ ਹਨੇਰੇ 'ਚ ਸੱਪ ਬਣ ਕੇ ਦਿਖੀ, ਤਾਂ ਸਫ਼ਰ ਰੁਕ ਗਿਆ। ਜਿਹੜਾ ਮੁਸਾਫਰ ਸਫ਼ਰ ਕਰਦਾ ਸੀ ਉਹਨੂੰ ਰੁਕਣਾ ਪੈ ਗਿਆ, ਭੁਲੇਖਾ ਪੱਕ ਗਿਆ ਨਾ, ਨਹੀਂ ਬਈ ਸੱਪ ਮੈਂ ਅੱਗੇ ਨਹੀਂ ਜਾ ਸਕਦਾ। ਇਸੇ ਤਰ੍ਹਾਂ ਸਿੱਪੀ ਪਈ ਸੀ, ਚਿੱਟਾ ਰੰਗ ਹੋਣ ਕਰਕੇ ਧੁੱਪ ਪਈ ਤੇ ਚਾਂਦੀ ਬਣ ਕੇ ਲਿਸ਼ਕੀ, ਚਾਂਦੀ ਦਾ ਭੁਲੇਖਾ ਪੈ ਗਿਆ ਸਿੱਪੀ 'ਚ, ਤੇ ਸਫ਼ਰ ਫੇਰ ਰੁਕ ਗਿਆ ਵੀ ਪਹਿਲਾਂ ਇਹਨੂੰ ਚੁੱਕ ਨਾ ਲਵਾਂ, ਚਾਂਦੀ ਪ੍ਰਾਪਤ ਨਾ ਕਰ ਲਵਾਂ। ਤਾਂ ਇਹ ਲੋਭ ਤੇ ਭੈ, ਲੋਭ ਇਸ ਸੰਸਾਰ ਦੇ ਪਦਾਰਥਾਂ ਦਾ ਇਹ ਸਫ਼ਰ ਨੂੰ ਰੋਕ ਦਿੰਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਇਹਦੇ ਤੋਂ ਬਚਣਾ ਚਾਹੀਦਾ ਹੈ। ਤਾਂ ਮਾਧਵੇ ਕਿਆ ਕਹੀਏ ਭਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ। ਹੈ ਤਾਂ ਰੱਸੀ ਔਰ ਬਣ ਕੇ ਸੱਪ ਦਿਖਦਾ, ਹੈ ਤਾਂ ਵਾਹਿਗੁਰੂ ਪਰ ਬਣ ਕੇ ਸੰਸਾਰ ਦਿਖਦਾ ਪਿਆ ਹੈ। ਤਾਂ ਹੇ ਸੱਚੇ ਪਾਤਸ਼ਾਹ, ਆਪ ਦੁੱਖ ਦਰਦ ਭਰਮ ਨੂੰ ਕੱਟਣ ਵਾਲੇ ਹੋ। ਲਿਹੋ ਦੀਨ ਦਇਆਲਾ। ਇਸ ਤਰ੍ਹਾਂ ਬੇਨਤੀਆਂ ਕਰੇ ਕਿ ਹੇ ਦੀਨ ਦਿਆਲ ਵਾਹਿਗੁਰੂ ਜੀ, ਮੇਰੀ ਰੱਖਿਆ ਕਰੋ। ਆਪ ਮੇਰੇ ਭਰਮ ਤੇ ਦੁੱਖ ਤੇ ਦਰਦ ਜੇ ਚਾਹੋ ਤਾਂ ਇੱਕ ਖਿਣ ਦੇ ਵਿੱਚ ਹੀ ਦੂਰ ਕਰ ਸਕਦੇ। ਨਾਲ ਅਰਦਾਸਾਂ ਕਰੇ, ਬੇਨਤੀਆਂ ਕਰੇ। ਜਿਵੇਂ ਕੋਈ ਆਲਮੇ ਵਿਦਿਆ, ਇਸਲਾਮ ਦੀ ਵਿਦਿਆ ਪੜ੍ਹਨ ਚਲੇ ਗਿਆ, ਸ਼ੌਂਕ ਹੁੰਦਾ ਨਾ ਵਿਦਵਾਨ ਨੂੰ। ਵਿਦਿਆ ਕਿੰਨੀ ਪੜ੍ਹਨੀ ਚਾਹੀਦੀ? ਕਹਿੰਦੇ ਜਿੰਨਾ ਚਿਰ ਸਵਾਸ। ਗ੍ਰਸਤੀ ਨੂੰ ਮਾਇਆ ਮਿਹਨਤ ਕਿੰਨੀ ਕਰਨੀ ਚਾਹੀਦੀ ਹੈ? ਕਹਿੰਦੇ ਜਿੰਨਾ ਚਿਰ ਸਵਾਸ। ਇਹ ਵੀ ਇੱਕ ਵਿਸ਼ਾ ਹੈ। ਦੂਸਰਾ ਵਿਸ਼ਾ ਇਹ ਵੀ ਹੈ ਕਿ ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀਏ ਸਾਥ। ਅੱਡ ਅੱਡ ਸਬਜੈਕਟ ਨੇ ਜੀ, ਅੱਡ ਅੱਡ ਕਲਾਸਾਂ ਨੇ। ਹਰ ਬੰਦੇ ਦੀ ਸੁਰਤ ਵੱਖਰੀ ਹੈ, ਹਰ ਬੰਦੇ ਦੀ ਅਵਸਥਾ ਵੱਖਰੀ ਹੈ। ਹੁਣ ਇੱਕ ਜਗ੍ਹਾ ਕਿਹਾ ਗਿਆ ਵਾ ਕਿ ਮਾਇਆ ਨਾ ਜੋੜ, ਦੂਸਰੇ ਬੰਨੇ ਇੱਕ ਜਗ੍ਹਾ ਇਹ ਵੀ ਕਿਹਾ ਕਿ ਗ੍ਰਸਤੀ ਵਾਸਤੇ ਬੜੀ ਜ਼ਰੂਰੀ ਹੈ। ਹਰੇਕ ਦੀ ਆਪੋ ਆਪਣੀ ਗੁਰਬਾਣੀ ਨੇ ਤੇ ਹਰੇਕ ਤੇ ਹੀ ਕਿਰਪਾ ਕਰਨੀ ਨਾ, ਕਿਹੜਾ ਇੱਕ ਤੇ ਹੀ ਕਰਨੀ ਹੈ। ਤਾਂ ਕੋਈ ਆਲਮ ਇਲਮ ਬੰਦਾ ਇਸਲਾਮ ਪੜ੍ਹਨ ਗਿਆ, ਜਦੋਂ ਪੜ੍ਹ ਕੇ ਐ ਪੂਰਾ ਪ੍ਰਚੰਡ ਵਿਦਵਾਨ ਬਣਿਆ ਤਾਂ ਉਹਦਾ ਗੁਰੂ ਕਹਿਣ ਲੱਗਾ, ਜੇ ਗੁੱਸਾ ਨਾ ਕਰੇ ਪੜ੍ਹ ਤੇ ਤੂੰ ਬਹੁਤ ਗਿਆ, ਸਵਾਲ ਕਰਾਂ ਫਿਰ? ਉਹ ਕਹਿੰਦਾ ਜੀ ਹਜ਼ੂਰ ਕਰੋ ਫਿਰ। ਕਹਿੰਦੇ ਜਦੋਂ ਤੂੰ ਪਰਮੇਸ਼ਰ ਵਾਲੇ ਖੁਦਾ ਵਾਲੇ ਪਾਸੇ ਤੁਰਿਆ ਤੇ ਤੈਨੂੰ ਸ਼ੈਤਾਨ ਨੇ ਘੇਰਨਾ, ਕੀ ਕਰੇਗਾ ਤੂੰ? ਕਹਿੰਦਾ ਜੀ ਮੈਂ ਉਹਦਾ ਮੁਕਾਬਲਾ ਕਰੂੰਗਾ। ਕਹਿੰਦੇ ਸ਼ਾਬਾਸ਼ ਏ ਤੇਰੇ, ਅੱਛਾ ਬਹੁਤ ਵਧੀਆ, ਮੁਕਾਬਲਾ ਕਰੀ ਤੂੰ ਕਲਯੁੱਗ ਦਾ ਹੈ, ਮਾਇਆ ਦਾ, ਸ਼ੈਤਾਨ ਦਾ। ਅੱਛਾ ਜੇ ਤੂੰ ਚੱਲ ਮੁਕਾਬਲਾ ਕਰਕੇ ਇੱਕ ਦਿਨ ਬਚ ਵੀ ਗਿਆ, ਇੱਥੇ ਤੇ ਬਚਦੇ ਹੀ ਨਹੀਂ,
ਰੋਜ਼ ਰਾਤ ਨੂੰ ਅਲਾਰਮ ਲਾ ਕੇ ਸੌਂਦੇ, ਸਵੇਰੇ ਉੱਠਦਾ ਕੋਈ ਵਿਰਲਾ ਹੀ ਆ। ਅੱਛਾ, ਅਗਲੇ ਦਿਨ ਉਹਨੇ ਫੇਰ ਘੇਰ ਲਿਆ ਤੈਨੂੰ, ਫੇਰ ਕੀ ਕਰੇਗਾ? ਕਹਿੰਦਾ ਮੈਂ ਫੇਰ ਮੁਕਾਬਲਾ ਕਰੂੰਗਾ। ਉਸਤਾਦ ਕਹਿਣ ਲੱਗਾ ਫੇਰ ਤੇ ਇਸੇ ਝਗੜੇ 'ਚ ਹੀ ਉਮਰ ਲੰਘੂ ਜਾਪਦਾ ਤੇਰੀ, ਇੱਥੇ ਹੀ ਰਵੇਂਗਾ, ਅੱਗੇ ਤਾਂ ਨਹੀਂ ਜਾਂਦਾ। ਤਾਂ ਉਹ ਵਿਚਾਰਾ ਢਿੱਲਾ ਜਿਹਾ ਪੈ ਗਿਆ। ਫਿਰ ਵੀ ਗੁਰੂ ਲੋਕ ਹੁੰਦੇ, ਅਧਿਆਪਕ ਹੁੰਦਾ, ਮੁਰਸ਼ਿਦ ਹੁੰਦਾ, ਸਿੱਖ ਹੀ ਹੁੰਦਾ। ਉਹ ਕਹਿੰਦੇ ਚੱਲ ਮੈਂ ਸਵਾਲ ਸੌਖਾ ਕਰਦਾ ਵੀ ਕਿਸੇ ਸੱਜਣ ਨੇ ਤੈਨੂੰ ਘਰੇ ਸੱਦਿਆ ਜਿਹਦੇ ਨਾਲ ਤੇਰਾ ਸਭ ਤੋਂ ਵੱਧ ਪਿਆਰ, ਪਰ ਉਹਨੇ ਦਰਵਾਜ਼ੇ ਤੇ ਇੱਕ ਬਹੁਤ ਬੈੜਾ ਕੁੱਤਾ ਬੰਨਿਆ ਹੋਇਆ ਜਿਹੜਾ ਕਿਸੇ ਨੂੰ ਅੰਦਰ ਨਹੀਂ ਲੰਘਣ ਦਿੰਦਾ। ਅੱਛਾ, ਜਦੋਂ ਤੂੰ ਅੰਦਰ ਲੰਘਣ ਲੱਗਾ ਉਹਨੇ ਤੇਰਾ ਗਿੱਟਾ ਫੜ ਲਿਆ, ਲੱਤ ਫੜ ਲਈ, ਦੱਸ ਕੀ ਕਰੇਗਾ? ਦੇਖੋ ਸਵਾਲ ਬਦਲਤਾ ਨਾ। ਪਹਿਲਾਂ ਕਲਯੁਗ, ਸ਼ੈਤਾਨ, ਮਾਇਆ, ਅਵਿਦਿਆ, ਸ਼ਾਇਦ ਗੱਲ ਸਮਝ ਨਾ ਆਵੇ, ਤਾਂ ਹੁਣ ਉਹਨੂੰ ਕਿੱਥੇ ਲੈ ਆਂਦਾ ਇੱਕ ਦ੍ਰਿਸ਼ਟਾਂਤ ਦੇ ਵਿੱਚ। ਉਸਤਾਦ ਤਾਂ ਉਸਤਾਦ ਹੀ ਹੁੰਦਾ ਨਾ, ਮੁਰਸ਼ਿਦ ਤੇ ਮੁਰਸ਼ਿਦ ਹੀ ਹੁੰਦਾ। ਤਾਂ ਉਹ ਕਹਿਣ ਲੱਗਾ ਜੀ ਮੈਂ ਜ਼ੋਰ ਨਾਲ ਛਡਾਊਂਗਾ ਤੇ ਜ਼ੋਰ ਲਾ ਕੇ ਜਿਹੜਾ ਦੂਜੀ ਲੱਤ ਆ ਉਹਦੇ ਮੂੰਹ ਤੇ ਮਾਰੂੰਗਾ, ਨੱਕ ਭੰਨੂਗਾ ਉਹਦਾ ਮੈਂ। ਉਹ ਕਹਿੰਦੇ ਚੱਲ ਤੂੰ ਉਹਦੇ ਮੂੰਹ ਤੇ ਮਾਰੀ, ਉਹਨੇ ਤੇਰੀ ਲੱਤ ਛੱਡਤੀ, ਤੇ ਫਿਰ ਤੂੰ ਘਰ ਦੇ ਵਿੱਚ ਦਾਖਲ ਹੋਣ ਲੱਗਾ, ਉਹਨੇ, ਉਹ ਬੈੜਾ ਹੀ ਬੜਾ ਵਾ, ਜਿੱਦੀ ਬੜਾ, ਉਹਨੇ ਫੇਰ ਤੇਰੀ ਲੱਤ ਫੜ ਲਈ, ਕੀ ਕਰੇਗਾ? ਇਹ ਸਿਆਣਪ ਆ ਨਾ ਸਾਡੀ, ਇੱਕ ਇਹ ਨਹੀਂ ਸਾਨੂੰ ਟਿਕਣ ਦਿੰਦੀ ਸਾਰੀ ਉਮਰ। ਤਾਈਓ ਕਹਿੰਦੇ ਨਾ ਵੀ ਸਾਫ਼ ਕਾਗਜ਼ ਤੇ ਅਕਸ਼ਰ ਪਾਉਣੇ ਸੌਖੇ ਨੇ, ਜਿਹੜਾ ਪਹਿਲਾਂ ਹੀ ਭਰਿਆ ਪਿਆ ਕਿੰਨੇ ਕੁ ਮਿਟਾ ਕੇ ਪਾਵਾਂਗੇ, ਕਾਗਜ਼ ਹੀ ਨਾ ਪਾੜ ਜੇ ਕਿਤੇ। ਤਾਂ ਉਹ ਕਹਿੰਦਾ ਜੀ ਮੈਂ ਫਿਰ ਐਰਕੀ ਨਾ ਡੰਡਾ ਲੈ ਕੇ ਆਊਂਗਾ। ਉਹ ਕਹਿੰਦੇ ਚੱਲ ਤੂੰ ਡੰਡਾ ਵੀ ਮਾਰ ਲਿਆ, ਉਹ ਤਗੜਾ ਹੀ ਇੰਨਾ ਵਾ ਤੇ ਬੈੜਾ ਹੀ ਇੰਨਾ ਵਾ, ਜਿੱਦੀ ਇੰਨਾ, ਉਹਨੇ ਫੇਰ ਤੇਰੀ ਲੱਤ ਫੜ ਲਈ, ਕੀ ਕਰੇਗਾ? ਕਹਿੰਦਾ ਜੀ ਤੁਸੀਂ ਤੇ ਫਿਰ ਕਿਸੇ ਬੰਨੇ ਵੀ ਨਹੀਂ ਟਿਕਣ ਦਿੰਦੇ, ਤੁਸੀਂ ਤੇ ਕਿਸੇ ਬੰਨੇ ਵੀ ਨਹੀਂ ਲੱਗਦੇ, ਜੇ ਮੈਂ ਇੱਧਰ ਦੀ ਗੱਲ ਕਰਦਾ ਤੁਸੀਂ ਉੱਧਰ ਦੀ ਕਰਦੇ ਹੋ। ਉਹ ਕਹਿੰਦੇ ਨਹੀਂ, ਗੱਲ ਇਹ ਨਹੀਂ, ਤੂੰ ਜਵਾਬ ਦੇ ਆ, ਤੈਨੂੰ ਇੰਨੀ ਵਿਦਿਆ ਪੜ੍ਹਾਈ। ਤਾਂ ਉਹਨੇ ਸੋਚਿਆ ਵੀ ਮੇਰਾ ਮੁਰਸ਼ਿਦ ਆ, ਗੱਲ ਕੋਈ ਹੋਵੇਗੀ ਮੈਂ ਕਿਤੇ ਗਲਤ ਆ, ਭੁਲੇਖੇ 'ਚ ਆ ਮੈਂ ਕਿਤੇ, ਪਰ ਜਿਹੜੀ ਮੇਰੇ ਸਿਰ ਦੀ ਗਰਮੀ ਆ ਉਹ ਮੈਨੂੰ ਜਵਾਬ ਨਹੀਂ ਆਉਣ ਦੇ ਰਹੀ। ਉਹ ਠੰਡਾ ਹੋਇਆ ਤੇ ਕਹਿਣ ਲੱਗਾ ਜੀ ਫਿਰ ਮੈਂ ਪਤਾ ਕੀ ਕਰੂੰਗਾ, ਫਿਰ ਜਿਹਦਾ ਕੁੱਤਾ ਵਾ ਨਾ ਉਹਨੂੰ ਆਵਾਜ਼ ਮਾਰੂੰਗਾ। ਕਹਿੰਦੇ ਆ ਗਿਆ ਟਿਕਾਣੇ? ਫਿਰ ਆ ਗਿਆ ਨਾ ਟਿਕਾਣੇ? ਮਹਾਰਾਜ ਕਹਿੰਦੇ ਟਿਕਾਣੇ ਰਿਹਾ ਕਰ, ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿੰਤੂ ਨਾਹੀ। ਮੈਂ ਦਲੀਲਾਂ ਦਊਂਗਾ, ਮੈਂ ਤਰਕ ਕਰੂੰਗਾ, ਮੈਂ ਅਪੀਲਾਂ ਕਰੂੰਗਾ, ਮੈਂ ਬੜਾ ਪਾਠ ਕਰਦਾ, ਮੈਂ ਬੜੀ ਸੇਵਾ ਕਰਦਾ। ਉਹ ਕਹਿੰਦੇ ਉਹ ਨਹੀਂ ਛੱਡਦਾ ਕਿਸੇ ਨੂੰ, ਜਿਹੋ ਜਿਹਾ ਹੋਵੇ ਉਹੋ ਜਿਹਾ ਹੀ ਬਣ ਕੇ ਸੁੱਟ ਲੈਂਦਾ। ਕਹਿੰਦੇ ਬਸ ਹਾ ਨੁਕਤਾ ਚੇਤੇ ਰੱਖਣਾ, ਸਭ ਕੁਝ ਪੜ੍ਹ ਕੇ ਅਰਦਾਸ ਕਰਨੀ ਨਾ ਭੁੱਲਿਓ, ਸਭ ਕੁਝ ਪੜ੍ਹ ਕੇ ਐਵੇਂ ਮਾਣ ਚ ਨਾ ਆ ਜੇ। ਉਹ ਸੱਜਣ ਕਹਿਣ ਲੱਗਾ ਫਿਰ ਮੈਂ ਆਵਾਜ਼ ਦਊਂਗਾ ਵੀ ਸੱਜਣਾ ਆ ਤੇਰਾ ਕੁੱਤਾ ਮੇਰਾ ਬੜਾ ਲਹੂ ਪੀਂਦਾ, ਆਣ ਕੇ ਨੂੰ ਸਾਂਭ। ਇੱਦਾਂ ਹੀ ਅਰਦਾਸ ਕਰਨੀ ਪੈਂਦੀ, ਹੇ ਪ੍ਰਭੂ ਪਰਮੇਸ਼ਰ ਇਹ ਕਲਯੁਗ ਮੈਨੂੰ ਬੜਾ ਸਤਾਉਂਦਾ ਹੈ, ਇਹਨੂੰ ਆਣ ਕੇ ਸਾਂਭ। ਫੇਰ ਕਿਤੇ ਜਾ ਕੇ ਕਹਿੰਦੇ ਖਹਿੜਾ ਛੱਡਦਾ, ਨਹੀਂ ਤੇ ਆਪਦੀਆਂ ਮਿਹਨਤਾਂ ਨਾਲ ਨਹੀਂ ਇਹ ਕਿਸੇ ਦਾ ਖਹਿੜਾ ਛੱਡਦਾ। ਤਾਂ ਹੇ ਪ੍ਰਭੂ ਤੇਰੇ ਅੱਗੇ ਬੇਨਤੀ ਆ ਕਿ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅੰਗ ਮੇਵ, ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ। ਮਾਤ ਪਿਤਾ ਸੁਆਮ ਸੱਜਣ, ਸਭ ਜਗਤ ਬਾਲ ਗੋਪਾਲਾ। ਤੇ ਪ੍ਰੇਮ ਉਸ ਵਾਹਿਗੁਰੂ ਨਾਲ ਇੰਨਾ ਕਰਨਾ ਕਿ ਉਹੋ ਹੀ ਮਾਤਾ ਹੈ, ਪਿਤਾ ਹੈ, ਸਵਾਮੀ ਹੈ, ਮਾਲਕ ਹੈ, ਸੱਜਣ ਹੈ। ਤੇ ਹੇ ਪ੍ਰਭੂ ਪਰਮੇਸ਼ਰ ਇਹ ਸਾਰਾ ਸੰਸਾਰ ਸ੍ਰਿਸ਼ਟੀ ਨੂੰ ਪਾਲਣ ਵਾਲੇ ਗੋਪਾਲ ਵਾਹਿਗੁਰੂ ਜੀ ਆਪ ਜੀ ਦੇ ਬੱਚਿਆਂ ਦੀ ਨਿਆਈ ਹੈ। ਜਿਵੇਂ ਮਾਤਾ ਪਿਤਾ ਬੱਚਿਆਂ ਤੇ ਕਿਰਪਾ ਰੱਖਦੇ, ਔਗਣ ਨਹੀਂ ਚਿਤਾਰਦੇ,
ਇਸੇ ਤਰ੍ਹਾਂ ਕਿਰਪਾ ਰੱਖੋ ਆਪਣੀ। ਜੋ ਸਰਨ ਆਵੈ ਗੁਣ ਨਿਧਾਨ ਪਾਵੈ, ਸੋ ਬੋੜ ਜਨਮ ਨਾ ਮਰਤਾ। ਜਿਹੜਾ ਇੱਕ ਵਾਰੀ ਸੱਚੇ ਮਨੋਂ ਵਾਹਿਗੁਰੂ ਦੀ ਸ਼ਰਨ ਆ ਗਿਆ, ਉਹ ਆਪ ਵਾਹਿਗੁਰੂ ਜੀ ਗੁਣ ਨਿਧਾਨ ਨੂੰ ਪਾ ਲੈਂਦਾ ਹੈ। ਫਿਰ ਉਹ ਜੰਮਣ ਮਰਨ ਦੇ ਗੇੜ ਦੇ ਵਿੱਚ ਨਹੀਂ ਪੈਂਦਾ। ਬਿਨਵੰਤ ਨਾਨਕ ਦਾਸ ਤੇਰਾ, ਸਭ ਜੀ ਤੇਰੇ ਤੂੰ ਕਰਤਾ। ਇਸ ਕਰਕੇ ਸੱਚੇ ਪਾਤਸ਼ਾਹ ਬੇਨਤੀ ਕਰਨੀ ਸਿਖਾਉਂਦੇ ਸਾਨੂੰ ਸਾਰਿਆਂ ਨੂੰ ਕਿ ਇਸ ਤਰ੍ਹਾਂ ਬੇਨਤੀ ਕਰਨੀ ਚਾਹੀਦੀ ਕਿ ਹੇ ਵਾਹਿਗੁਰੂ ਜੀ, ਅਸੀਂ ਆਪ ਜੀ ਦੇ ਨੌਕਰ ਹਾਂ, ਦਾਸ ਹਾਂ। ਇਹ ਸਾਰੇ ਜੀ ਤੇਰੇ ਨੇ ਤੇ ਤੂੰ ਇਹਨਾਂ ਦਾ ਮਾਲਕ ਹੈ। ਤੇ ਜਿਹਦੀ ਵਸਤੂ ਹੋਵੇ ਉਹਨੂੰ ਫਿਰ ਖਿਆਲ ਰੱਖਣਾ ਪੈਂਦਾ ਵੀ ਇਹ ਮੇਰੀ ਆ। ਕਿਸੇ ਦਾ ਘਰ ਡਿੱਗਦਾ ਹੋਵੇ ਕੋਈ ਟੈਨਸ਼ਨ ਹੀ ਨਹੀਂ ਹੈ, ਕਿਸੇ ਦੀ ਕੰਧ ਡਿੱਗਦੀ ਹੋਵੇ ਕੋਈ ਟੈਨਸ਼ਨ ਨਹੀਂ, ਔਰ ਆਪਣੀ ਨੂੰ ਤੇੜ ਆ ਜੇ ਭੋਰਾ ਜਿੰਨੀ ਟੈਨਸ਼ਨ ਪੈਂਦੀ ਹੈ। ਇਸ ਕਰਕੇ ਵਾਹਿਗੁਰੂ ਨੂੰ ਬੇਨਤੀ ਕਰੇ, ਇਹ ਸੰਸਾਰ ਤੇਰਾ ਹੈ ਤੇ ਆਪ ਕਿਰਪਾ ਕਰਕੇ ਇਹਦੀ ਰੱਖਿਆ ਕਰੋ, ਬਖਸ਼ਿਸ਼ ਕਰਕੇ ਜਮਾਂ ਤੋਂ ਬਚਾਓ, ਮਾੜੇ ਪਾਸੇ ਤੋਂ ਬਚਾ ਕੇ ਰੱਖੋ। ਆਠ ਪਹਿਰ ਹਰ ਧਿਆਈਐ ਰਾਮ। ਤਾਂ ਸ਼ਰਧਾ ਧਾਰ ਕੇ ਸਾਧ ਸੰਗਤ ਜੀ, ਜਿਸ ਵਾਹਿਗੁਰੂ ਚ ਏਡੀ ਸਮਰੱਥਾ, ਅੱਠੇ ਪਹਿਰ ਉਹਦਾ ਨਾਮ ਜਪਣਾ ਚਾਹੀਦਾ ਹੈ। ਮਨ ਇੱਛੇੜਾ ਫਲ ਪਾਈਐ ਰਾਮ। ਫਿਰ ਮਨ ਇੱਛਿਤ ਪਦਾਰਥਾਂ ਦੀ ਪ੍ਰਾਪਤੀ ਹੁੰਦੀ ਹੈ। ਹੇ ਭਾਈ, ਮਨ ਇੱਛ ਪਾਈਐ ਪ੍ਰਭ ਧਿਆਈਐ, ਮਿਟਹਿ ਜਮ ਕੇ ਤਰਾਸ। ਨੂੰ ਧਿਆਨ ਕਰਕੇ ਤੇ ਜਮਾਂ ਦਾ ਜਿਹੜਾ ਡਰ ਹੈ ਇਹ ਵੀ ਮਿਟ ਜਾਂਦਾ ਹੈ। ਗੋਬਿੰਦ ਗਾਇਆ ਸਾਧ ਸੰਗਾਇਆ, ਭਈ ਪੂਰਨ ਆਸਾ। ਜਿਹੜੇ ਵੀ ਉਸ ਗੋਬਿੰਦ ਪਰਮੇਸ਼ਰ ਨੂੰ ਜਿਹੜਾ ਬਾਣੀ ਕਰਕੇ ਜਾਣਨੇ ਯੋਗ ਹੈ, ਗਾਉਣਗੇ ਸਾਧੂ ਸੰਗ ਦੇ ਵਿੱਚ ਮਿਲ ਕਰਕੇ, ਉਹਨਾਂ ਦੀਆਂ ਆਸਾਂ ਸੱਚੇ ਪਾਤਸ਼ਾਹ ਪੂਰੀਆਂ ਕਰ ਦਿੰਦੇ ਹਨ। ਤਜ ਮਾਨ ਮੋਹ ਵਿਕਾਰ ਸਗਲੇ, ਪ੍ਰਭੂ ਕੈ ਮਨ ਭਾਈਐ। ਜਦੋਂ ਅਸੀਂ ਮਾਣ ਛੱਡ ਦਿੰਦੇ ਹਾਂ, ਸੰਸਾਰ ਦਾ ਮੋਹ ਛੱਡ ਦਿੰਦੇ ਹਾਂ ਤੇ ਵਿਕਾਰ, ਮਾੜਾ ਪਾਸਾ, ਕਾਮ ਕ੍ਰੋਧ ਦਾ ਇਹ ਤਿਆਗ ਦਿੰਦੇ ਹਾਂ, ਤਾਂ ਜਾ ਕੇ ਕਿਤੇ ਪ੍ਰਭੂ ਪਰਮੇਸ਼ਰ ਨੂੰ ਫਿਰ ਗੁਰਸਿੱਖ ਭਾਉਂਦਾ ਹੈ। ਫਿਰ ਵਾਹਿਗੁਰੂ ਸੱਚੇ ਪਾਤਸ਼ਾਹ ਆਪਣੀ ਕਿਰਪਾ ਕਰ ਦਿੰਦੇ ਹਨ। ਬਿਨਵੰਤ ਨਾਨਕ ਦਿਨ ਸਰੈਣੀ, ਸਦਾ ਹਰ ਹਰ ਧਿਆਈਐ। ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਰਾਤ ਦਿਨ ਸਦਾ ਸਦਾ ਭਾਵ ਮਨ ਬਾਣੀ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਧਿਆਉਣਾ ਚਾਹੀਦਾ ਹੈ। ਦਰ ਵਾਜੈ ਅਨਹਤ ਵਾਜੇ ਰਾਮ। ਉਸ ਰਾਮ ਪਰਮੇਸ਼ਰ ਵਾਹਿਗੁਰੂ ਦਾ ਜਿਹੜੇ ਨਾਮ ਜਪਦੇ ਹਨ, ਉਹਨਾਂ ਦੇ ਦਰ ਅੰਦਰ ਅਨਹਤ ਇੱਕ ਰਸ ਵਾਜੇ ਜਿਹੜੇ ਨੇ ਉਹ ਵੱਜਦੇ ਹਨ। ਜੋਗੀਆਂ ਨੇ 5 ਮੰਨੇ ਨੇ, 5 ਉਪ ਮੰਨੇ ਹਨ, ਪਰ ਗੁਰਸਿੱਖਾਂ ਦੇ ਵੱਖਰੇ ਹਨ। ਜਿਹੜਾ ਇੱਕ ਰਸ ਲਗਾਤਾਰ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਚੱਲਦਾ ਹੀ ਰਹਿਣਾ, ਵਾਹਿਗੁਰੂ ਪਰਮੇਸ਼ਰ ਦੇ ਧਿਆਨ ਵਿੱਚ ਟਿਕੇ ਰਹਿਣਾ, ਇਹੀ ਵਾਹਿਗੁਰੂ ਪਰਮੇਸ਼ਰ ਦਾ ਵੱਜਣਾ ਹੈ, ਪ੍ਰਗਟ ਹੋਣਾ ਹੈ। ਘਟ ਘਟ ਹਰ ਗੋਬਿੰਦ ਗਾਜੇ ਰਾਮ। ਜਿਹੜਾ ਗੋਬਿੰਦ ਪਰਮੇਸ਼ਰ ਵਾਹਿਗੁਰੂ ਘਟ ਘਟ ਹਰ ਸਰੀਰ ਵਿੱਚ, ਹਰ ਹਿਰਦੇ ਵਿੱਚ ਹਰੀ ਗੋਬਿੰਦ ਪਰਮੇਸ਼ਰ ਗਾਜੇ, ਪ੍ਰਗਟ ਹੈ, ਬੈਠਾ ਹੋਇਆ ਹੈ। ਤਾਂ ਰਾਮ ਹੈ ਪਿਆਰੇ, ਐਸਾ ਵਾਹਿਗੁਰੂ ਪਰਮੇਸ਼ਰ ਗੋਬਿੰਦ ਗਾਜੇ ਸਦਾ ਬਿਰਾਜੇ, ਅਗਮ ਅਗੋਚਰ ਊਚਾ। ਉਹ ਗੋਬਿੰਦ ਪਰਮੇਸ਼ਰ ਨਾਮ ਜਪਣ ਵਾਲਿਆਂ ਦੇ ਅੰਦਰ ਗੱਜਦਾ ਹੈ, ਪ੍ਰਗਟ ਹੁੰਦਾ ਹੈ, ਸਾਖਸ਼ਾਤ ਉਹਦੇ ਦਰਸ਼ਨ ਹੁੰਦੇ ਹਨ। ਤੇ ਇੱਕ ਵਾਰੀ ਮਿਲ ਪਏ ਫਿਰ ਕਦੀ ਵੀ ਤਿਆਗ ਨਹੀਂ ਕਰਦਾ, ਸਦਾ ਹੀ ਬਿਰਾਜਦਾ ਹੈ। ਅਗਮ ਹੈ ਮਨ ਬਾਣੀ ਕਰਕੇ, ਅਗੋਚਰ ਹੈ ਇੰਦਰੀਆਂ ਕਰਕੇ, ਤੇ ਸਾਰੀਆਂ ਸ਼ਕਤੀਆਂ ਦੇ ਨਾਲੋਂ ਉਹਦਾ ਰੁਤਬਾ ਉੱਚਾ ਹੈ। ਗੁਣ ਬੇਅੰਤ ਕਿਛ ਕਹਿਣ ਨਾ ਜਾਈ, ਕੋਏ ਨਾ ਸਕੈ ਪਹੁੰਚਾ। ਉਸ ਵਾਹਿਗੁਰੂ ਦੇ ਗੁਣ ਬੇਅੰਤ ਹਨ, ਕੁਝ ਕਿਹਾ ਨਹੀਂ ਜਾ ਸਕਦਾ, ਕਹਿ ਕੇ ਅੰਤ ਨਹੀਂ ਪਾਇਆ ਜਾ ਸਕਦਾ।
ਤੇ ਕੋਈ ਵੀ ਉਹਦੀ ਬਰਾਬਰਤਾ ਤੇ ਨਹੀਂ ਪਹੁੰਚ ਸਕਦਾ। ਆਪ ਉਪਾਏ ਆਪ ਪ੍ਰਤਪਾਲੇ, ਜੀ ਜੰਤ ਸਭ ਸਾਜੇ। ਉਹ ਵਾਹਿਗੁਰੂ ਆਪ ਹੀ ਪੈਦਾ ਕਰਦਾ ਹੈ, ਆਪ ਹੀ ਮਾਤਾ ਪਿਤਾ ਜਾਂ ਸੰਸਾਰ ਦੇ ਰਾਹੀਂ ਪਰਦਾ ਪਾ ਕੇ ਪ੍ਰਤਪਾਲਣਾ ਕਰਦਾ ਹੈ। ਇਹ ਜੀ ਜੰਤ ਸਭ ਉਸ ਵਾਹਿਗੁਰੂ ਪਰਮੇਸ਼ਰ ਦੇ ਹੀ ਸਾਜੇ ਹੋਏ ਹਨ। ਤੋ ਸਭ ਸਾਜੇ ਸਾਜ ਨਿਵਾਜੇ, ਉਹ ਵਾਹਿਗੁਰੂ ਹੀ ਪਰਮੇਸ਼ਰ ਬਣਾਉਣ ਵਾਲਾ ਹੈ। ਬਿਨਵੰਤ ਨਾਨਕ ਸੁਖ ਨਾਮ ਭਗਤੀ, ਦਰ ਵੱਜਹਿ ਅਨਹਦ ਵਾਜੇ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਵੱਡੇ ਸਤਿਗੁਰਾਂ ਦੇ ਨਾਮ ਦੀ ਮੋਹਰ ਲਾ ਕੇ ਇਹ ਸਾਨੂੰ ਬੇਨਤੀ ਸਿਖਾਉਂਦੇ ਹਨ, ਕਥਨ ਕਰਦੇ ਹਨ ਕਿ ਅਸਲੀ ਸੁੱਖ ਤੇ ਵਾਹਿਗੁਰੂ ਦੇ ਨਾਮ ਜਪਣ ਦੇ ਵਿੱਚ ਹੀ ਹੈ, ਭਗਤੀ ਦੇ ਵਿੱਚ ਹੀ ਹੈ। ਤੇ ਜਿਹੜੇ ਉਸ ਪਰਮੇਸ਼ਰ ਦੀ ਭਗਤੀ ਕਰਦੇ ਨੇ, ਬੰਦਗੀ ਕਰਦੇ ਹਨ, ਉਹਨਾਂ ਦੇ ਦਰ ਸਰੀਰ ਦੇ ਅੰਦਰ ਹਿਰਦੇ ਦੇ ਵਿੱਚ ਅਨਹਦ ਹੱਦ ਤੋਂ ਰਹਿਤ ਫਿਰ ਵਾਹਿਗੁਰੂ ਪਰਮੇਸ਼ਰ ਜਿਹੜਾ ਹੈ ਉਹ ਵਾਜੇ ਪ੍ਰਗਟ ਹੁੰਦਾ ਹੈ। ਉਸ ਵਾਹਿਗੁਰੂ ਪਰਮੇਸ਼ਰ ਦੀ ਉਹਨਾਂ ਨੂੰ ਪ੍ਰਾਪਤੀ ਹੁੰਦੀ ਹੈ। ਇਹ ਪਾਵਨ ਪਵਿੱਤਰ ਉਪਦੇਸ਼ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕਿਰਪਾ ਕਰਕੇ ਬਖਸ਼ਿਸ਼ ਕਰਕੇ ਸਾਡੇ ਉਧਾਰ ਵਾਸਤੇ ਦਿੱਤਾ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਮੇਰੇ ਅਤੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਮੁੱਖ ਗ੍ਰੰਥੀ, ਤਿਨਾਂ ਦਾ ਬਹੁਤ ਬਹੁਤ ਧੰਨਵਾਦ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਹੀ ਸੇਵਾਦਾਰਾਂ ਦਾ ਧੰਨਵਾਦ। ਦਮਦਮੀ ਟਕਸਾਲ ਦੇ ਮੁਖੀ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਜਿਨ੍ਹਾਂ ਦੀ ਹਾਜ਼ਰੀ ਸੀ। ਸੋ ਮਹਾਂਪੁਰਸ਼ਾਂ ਦੀ ਹਾਜ਼ਰੀ ਆਪ ਸਾਰੀ ਸੰਗਤ ਨੇ ਪ੍ਰਵਾਨ ਕਰਨੀ। ਆਓ ਹੁਣ ਕਥਾ ਵਿਚਾਰ ਦੀ ਇੱਥੇ ਹੀ ਸਮਾਪਤੀ ਕਰੀਏ ਜੀ। ਲੇਖੈ ਕਤੇ ਨਾ ਛੂਟੀਐ, ਖਿਨ ਖਿਨ ਭੂਲਣ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਆਪ ਉਪਾਏ ਆਪ ਪ੍ਰਤਪਾਲੇ, ਜੀ ਜੰਤ ਸਭ ਸਾਜੇ। ਬਿਨਵੰਤ ਨਾਨਕ ਸੁਖ ਨਾਮ ਭਗਤੀ, ਦਰ ਵੱਜਹਿ ਅਨਹਦ ਵਾਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।